श्री वाहिगुरु साहिब जी। जो दिन आवे सो दिन जाहि, करना कूच रहन थिर नाही। संग चलत है हम भी चलना, दूर गगन सिर ऊपर मरना। क्या तू सोया जाग आना, तैं जीवन जग सच कर जाना। सतनाम श्री वाहिगुरु साहिब जी। हरिदा पन्नी कड़ी सवनवी, टूटी नागर लज अजराइल फरिश्ता। कह कर नाठी अज फरीदा पन्नी कड़ी सवनवी, टूटी नागर लज। जो सज्जन ओहे पहाड़ थे, से क्यों आवे अज। फरीदा बेनिवाजा कुतिया, एह ना भली रीत। कभी चल ना आया, पंजे वक्त मसीत। कभी चल ना आया, पंजे वक्त मसीत। वाहिगुरु जी का खालसा, वाहिगुरु जी की फतेह। जागदी जोत शबद ब्रह्म सतगुरु, राजान राज पानान पान देवान देव। उपमा महान सतगुरु धन धन साहिब श्री गुरु ग्रंथ साहब महाराज जी की पावन पवित्र हजूरी दे विच वाहिमान सत्संगी जनों अते देश प्रदेश विच अस्थान ते चल रही लड़ीवार विचार नाल आप जी लाभ प्राप्त करते हों अते ये निमाणा जिहा जतन है
ਗੁਰੂ ਪਿਤਾ ਜੀ ਦੀ ਵਿਚਾਰ ਨੂੰ ਘਰ ਘਰ ਪਹੁੰਚਾਉਣ ਦਾ। ਪਰ ਹੈਰਾਨੀ ਹੁੰਦੀ ਹੈ ਕਿ ਅਸੀਂ ਦੇਖਦੇ ਹਾਂ ਜਿਤਨੇ ਵੀ ਇਹ ਸਾਧਨ ਅੱਜ ਪ੍ਰਚਾਰ ਦੇ ਨੇ, ਮਨੁੱਖੀ ਬਿਰਤੀ ਅੱਜ ਦੇ ਲਈ ਇੱਦਾਂ ਦੀ ਹੋ ਗਈ ਹੈ ਕਿ ਉਹਨਾਂ ਵਿਚਾਰਾਂ ਨੂੰ, ਚੰਗੀਆਂ ਚੀਜ਼ਾਂ ਨੂੰ ਮਨੁੱਖ ਦੂਜੇ ਨਾਲ ਸ਼ੇਅਰ ਨਹੀਂ ਕਰਦਾ। ਫਿਲਮਾਂ, ਨਾਟਕ, ਗੀਤ, ਗੰਦੀਆਂ ਮੰਦੀਆਂ ਚੀਜ਼ਾਂ, ਮਨੁੱਖ ਦੀ ਰੁਚੀ ਐਸੀ ਹੈ ਕਿ ਇਹ ਚੀਜ਼ਾਂ ਲੋਕ ਇੱਕ ਦੂਜੇ ਨਾਲ ਸ਼ੇਅਰ ਕਰਦੇ ਹਨ। ਔਰ ਹੈਰਾਨੀ ਦੀ ਗੱਲ ਕਿ ਧਰਮ ਦੀ ਵਿਚਾਰ ਮਨੁੱਖ ਨੂੰ ਸ਼ੇਅਰ ਕਰਨ ਲੱਗਿਆਂ ਵੀ ਸ਼ਰਮ ਆਉਂਦੀ ਹੈ। ਕਿਉਂਕਿ ਮਨੁੱਖ ਦਾ ਅੰਦਰਲੀ ਬਿਰਤੀ ਕੁਝ ਹੋਰ ਹੈ, ਅੰਦਰਲਾ ਮਨ ਕੁਝ ਹੋਰ ਹੈ। ਬਾਹਰੋਂ ਇਹ ਧਰਮੀ ਬਣਨਾ ਚਾਹੁੰਦਾ ਹੈ, ਦਿਖਣਾ ਚਾਹੁੰਦਾ ਹੈ, ਪਰ ਅੰਦਰੋਂ ਜਦੋਂ ਧਰਮ ਦੀ ਕੋਈ ਗੱਲਬਾਤ ਨਾ ਹੋਵੇ ਤੇ ਦਾਸ ਦੇਖਦਾ ਹੈ ਕਿ ਬਹੁਤਾਤ ਦੇ ਵਿੱਚ ਚੰਗੀਆਂ ਚੀਜ਼ਾਂ ਜਾਂ ਗੁਰੂ ਕੀ ਵਿਚਾਰ, ਗੁਰੂ ਕਾ ਸ਼ਬਦ ਸੰਸਾਰ ਦੇ ਲੋਕਾਂ ਨਾਲ ਅਸੀਂ ਸ਼ੇਅਰ ਨਹੀਂ ਕਰਦੇ। ਕੋਈ ਵਿਰਲੇ ਹੁੰਦੇ ਨੇ ਜਿਹੜੇ ਕਿ ਪ੍ਰੋਗਰਾਮ ਨੂੰ ਅੱਗੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਹਨ, ਨਹੀਂ ਤਾਂ ਬਹੁਤਿਆਂ ਦੀ ਗਿਣਤੀ ਐਸੀ ਹੈ ਕਿ ਜਿਹੜੇ ਗੰਦੀ ਮੰਦੀ ਚੀਜ਼ਾਂ, ਹੋਰ ਚੀਜ਼ਾਂ ਉਹ ਜ਼ਰੂਰ ਸ਼ੇਅਰ ਕਰਨਗੇ, ਉੱਥੇ ਲਿਖਣਗੇ ਵੀ ਕੁਝ ਜ਼ਰੂਰ, ਕਮੈਂਟ ਵੀ ਕਰਨਗੇ, ਲਾਈਵ ਵੀ ਕਰਦੇ ਨੇ। ਪਰ ਧਾਰਮਿਕ ਅਸਥਾਨਾਂ 'ਤੇ ਜਿਹੜੇ ਪ੍ਰੋਗਰਾਮ ਚੱਲ ਰਹੇ ਨੇ ਉਹਨਾਂ ਨੂੰ ਅਸੀਂ ਬਹੁਤ ਘੱਟ ਸ਼ੇਅਰ ਕਰਦੇ ਹਾਂ। ਖਾਸ ਕਰਕੇ ਮੈਂ ਵੇਖਦਾ ਕਿ ਨੌਜਵਾਨ ਤਾਂ ਬਿਲਕੁਲ ਸ਼ੇਅਰ ਨਹੀਂ ਕਰਦੇ, ਕਿਉਂਕਿ ਬਿਰਤੀ ਉਹਨਾਂ ਦੀ ਕਿਸੇ ਹੋਰ ਪਾਸੇ ਲੱਗੀ ਹੋਈ ਹੈ। ਇਸ ਕਰਕੇ ਜਿਹੜੇ ਲੋਕ ਉਹਨਾਂ ਦੇ ਨਾਲ ਜੁੜਨਗੇ ਕਿਤੇ ਲੈਣ। ਅੱਜ ਦਾ ਮਨੁੱਖ ਧਰਮੀ ਹੋਣ ਤੋਂ ਵੀ ਡਰ ਰਿਹਾ ਹੈ। ਧਰਮੀ ਕੋਈ ਸਮਝ ਨਾ ਲਵੇ, ਇਸ ਕਰਕੇ ਵੀ ਮਨੁੱਖ ਥੋੜ੍ਹਾ ਅੱਜ ਡਰਿਆ ਹੋਇਆ ਹੈ। ਔਰ ਸੱਚ ਜਾਣਨਾ, ਧਰਮੀ ਹੋਣ ਤੋਂ ਬਿਨਾਂ ਸਾਡਾ ਜੀਵਨ ਸਫਲਾ ਨਹੀਂ ਹੋ ਸਕਦਾ। ਬਾਬਾ ਫਰੀਦ ਜੀ ਦੇ ਇਹ ਅਗੰਮੀ ਬੋਲ ਜੋ ਆਪ ਜੀ ਨਾਲ ਸਾਂਝੇ ਕਰਨੇ ਨੇ, 68 ਨੰਬਰ ਸ਼ਲੋਕ ਤੋਂ ਆਪਾਂ ਅੱਜ ਵਿਚਾਰ ਆਰੰਭ ਕਰਨੀ ਹੈ। ਬਾਬਾ ਫਰੀਦ ਜੀ ਮਨੁੱਖ ਨੂੰ ਜ਼ਿੰਦਗੀ ਦੀ ਅਸਲੀਅਤ ਤੋਂ ਜਾਣੂ ਕਰਾ ਰਹੇ ਹਨ ਔਰ ਸਮਝਾ ਰਹੇ ਹਨ ਕਿ ਆਖਿਰ ਇੱਕ ਦਿਨ ਤੂੰ ਸੰਸਾਰ ਤੋਂ ਕੂਚ ਕਰ ਜਾਣਾ ਹੈ ਔਰ ਸੰਸਾਰ ਦੇ ਵਿੱਚ ਕਿਤੇ ਐਸਾ ਨਾ ਹੋਵੇ ਕਿ ਤੂੰ ਧਰਤੀ 'ਤੇ ਆਰ ਹੀ ਬਣਿਆ ਫਿਰਦਾ ਰਵੇਂ ਤੇ ਉਸ ਅਜ਼ਰਾਇਲ ਫਰਿਸ਼ਤੇ ਦਾ ਪਤਾ ਨਹੀਂ ਕਦੋਂ ਆ ਕੇ ਤੇਰੇ ਗਲ ਵਿੱਚ ਰੱਸਾ ਪਾ। ਆਓ ਇਹ ਅਗੰਮੀ ਬੋਲ। ਫਰੀਦਾ ਭੰਨੀ ਘੜੀ ਸਵਨ ਵੀ, ਟੂਕਟੀ ਨਾਗਰ ਲਜ, ਅਜ਼ਰਾਇਲ ਫਰਿਸ਼ਤਾ ਕਹਿ ਕਰ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨੋਬਿਰਤੀਆਂ ਇਕਾਗਰ ਕਰੋ। ਆਪ ਜੀ ਜਿੱਥੇ ਵੀ ਬੈਠੇ ਹੋ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜੋ ਅਤੇ ਗੁਰੂ ਕਾ ਇਹ ਅਗੰਮੀ ਪੈਗਾਮ, ਦਰਗਾਹੀ ਬੋਲ, ਇਹਨਾਂ ਨੂੰ ਸਮਝਣ ਦਾ ਯਤਨ ਕਰੀਏ। ਨਾਲ ਬਾਣੀ ਵਿੱਚ ਸਮਾਉਣ ਵਾਸਤੇ ਗੁਰੂ ਚਰਨਾਂ 'ਚ ਅਰਦਾਸ ਕਰੀਏ
क्योंकि साहिबां दा कथन है, सेवक सिख पूजन सब आमै, सब गामै हर हर उत्तम बाणी। गाविया सुनिया तिनका हर थाएं पावै, जिन सतगुर की आज्ञा सत सत करमानी। निवेड़ा किथे है सिख दा? साडा गाया, साडा घरां विच बैठ के जां गुरु घर विच बैठ के सुनिया। जिस दिन गुरु साहब जी की आग्ञा नूं, गुरु साहब जी के हुक्म नूं, गुरु साहब के उपदेश नूं असीं सत करके मन लवांगे, जिसनूं धन गुरु रामदास पिता ने इस तरह भी कहा, गुरसिख मीत हर हर कथा। जो गुरु आखदा सिख का फर्ज है कि उसनूं सत वचन करके मन लवे। सो आओ ये वचन विचारने हैं। सारी संगतां एक बारी प्रेम नाल आखो जी, सतनाम श्री वाहे गुरु। फिर करो कृपा, सतनाम श्री वाहे गुरु। बाबा फरीद ने इस महान चिंतन विचों लंघ के, जो बाबा फरीद जी का मेन चिंतन सी, वो सी मौत। जिस दिन मनुख मौत नूं समझ लैंदा है, मौत की सजी आ जाती है, उस दिन मनुख अपने जीवन की असलियत तो जाणू हो जाता है। संसार दे विच तुसीं देखोगे मनुख नूं, मनुख मौत तो जाणू नहीं है। इस करके संसारी पदार्थां दे तन दे अंबार लाई जा रहा है, बड़ा कुछ इकट्ठा करी जा रहा है। पर जे मनुख इस असलियत तो जाणू हो जावे कि जदों प्राण शरीर तो वखरे हो जाने हैं, उस वेले जो कुछ मैं इकट्ठा किया सी, ये भी मेरे जाना है, पराया हो जाना है। जे इस तरह की किते मनुख नूं सोझी आ जावे तो वह अपनी जिंदगी नूं सोहनी बना लैंदा है। और इसका अर्थ ये भी नहीं लेना कि मौत की सोझी आने तो बाद, ये समझ आने तो बाद कि मनुख निढाल होकर बैठ जाता है, मनुख बिल्कुल पास जाता है। ऐसा सिख नहीं करता, सगों संसार के काम काज करते हुए, काम काज वो करदा छड़दा नहीं, और उसनूं ये सोझी आ जाती कि जिन्नी चलन जानिया से क्यों करें विथार। जिन्होंने चलन की समझ आ गई है कि चले जाना है, वो संसार का ये विस्तार जिहड़ा है, वासनावां का जिहड़ा खिलारा है, वो नहीं खिलारदे। और ये प्यारे सच जानना, जी वासनावां का खिलारा एक बारी खिलार लिया, वासनावां का एक खिलारा फिर समेटना बड़ा औखा है। जितना श्वास सिमटनगे, श्वास पूरे होणगे, भी सारियां सिमट जाणगियां। बहुतात मनुख के श्वास पूरे हो जाते हैं, मनुख दीयां वासनावां उत्थे दी उत्थे ही रहिंदियां ने। इस करके ही भाई गुरदास जी ने आख्या सी कि वासना वधा आवे जावे। जीव वासना का वधा संसार विच आउंदा है ते जांदा है। उसनूं गुरु नानक पातशाह ने इदां भी आख्या कि आसा मनसा बंधनी भाई, करम धर्म बंधकारी,
पाप पुन जग जाया पाई विंसै नाम विसारी। एह माया जग मोहनी पाई कर्म सबे बेकारी। सुन पंडित कर्माकारी जित कर्म सुख उपजै पाई सो आत्म तत्त विचारी। इस करके सिख ने इस गल नूं विचार जी आखन लगे फरीद पन्नी कड़ी सबन भी टूटी नागर लज। पन्नी का अर्थ टूट गई, कड़ी का अर्थ है शरीर रूपी भांडा, सबनवी का अर्थ है सोने वन रंगा वाली सुंदर काया। ये सुंदर काया रूपी जिहड़ा भांडा सी, शरीर रूपी जिहड़ा भांडा सी, ये पन हो गया, टुट गया। टूटी नागर लज, नागर कहते ने सुदन नूं, लज का अर्थ है रस्सी। ये अखर बनया है रज तो, रज्जू तो। रज का अर्थ संस्कृत के लज, संस्कृत के लफज रज तो या रज्जू तो बनया, जो अंत औंकड़ दे नाल है। जिथे कि ये अखर औंकड़ तो बिना आवेगा, गुरबाणी दे विच लज लला ते जज्जा कला, उत्थे ये इस्त्री लिंग विच आवेगा। इसके अर्थ होणगे लाज, इज्जत, शर्म, हिया। और जिथे लज अखर गुरबाणी विच औंकड़ नाल आउणा, इसका अर्थ होएगा रज। रज का अर्थ है, लज का अर्थ है रज का अर्थ है रस्सी। इसनों भगत रविदास जी ने भी वरत्या कि राज पुयंग प्रसंग जैसे हैं। राज का अर्थ है रस्सी, रज अखर तो बनया राज भी। बाबा फरीद जी आख रहे ने कि एक दिन आवेगा समा कि ये जिहड़ा शरीर रूपी सुंदर भांडा, सोने रंग बिरंगा वाला भांडा है, इस घड़ी ने शरीर रूपी भांडे ने टुट जाना। टूटी नागर लज, ते ये जिहड़ी स्वासां दी लड़ी है, ये भी टुट जाएगी। ये स्वासां दी लड़ी है कि एक श्वास आ रहा है, एक अंदर जा रहा है, ये लड़ी चल रही है। और इसनों मारन ने पवन का थंबा पे है। गुरु नानक पातशाह ने कहा कि जिन कन कीते अखी नाक, जिन जिहवा दिती बोले तात, जिन मन राख्या अग्नि पाए, वाजै पवन आखे सब जाए। ये पवन थम्मी है, श्वासां रूपी लड़ी। जिन्हां भांडे ने टुटना, इस श्वासां की लड़ी टुट जाएगी। श्वासा रूपी सुंदर सी भी ये टुट जाएगी। जिसनों की भगता ने कहा कि जल की भीत, पवन का थंबा, रक्त बूंद का गाढ़ा, हाड मास नाड़ी को पंजर, पंखी वसै विचारा। प्राणी क्या मेरा क्या तेरा, जैसे तरबर पंख बसेरा। जिसना ये समझ मनुख नूं आ जाए, उस दिन संसार की लड़ाई, झगड़े, कलेश, नफरत, ये सब नाल खत्म हो जाता है। और मनुख नूं यही समझ नहीं आती भी इस घड़ी ने, इस शरीर रूपी सोने भांडे ने टुट जाना है, तो श्वासां की जिहड़ी ये लड़ी चल रही सी, ये भी नाल टुट जाएगी। इस शरीर रूपी भांडा टुटन की देर है। और इससे कोई विश्वास नहीं करना चाहिए कि किन्ना क समा सिर किन्ना क चिर साडे कोल भांडा रहना। क्योंकि कबीर साहब जी ने बड़े स्पष्ट लफ्जां च आख्या कि कहाँ विसासा इस भांडे का, इतनग लागै ठणका, आगे को कुछ तुल्हा बांधो, क्या भरवासा तन का। मनुख नूं समझा रहे ने कि इस मिट्टी के भांडे का कोई विसास नहीं है, कदों ये ठणक जाए। क्योंकि मिट्टी का जिहड़ा भांडा है वो जुड़ नहीं सकता। कहन का भांडा जुड़ जाता है, टाका लग जाता है। सोने का भांडा जुड़ सकता है,
पीतल का भांडा जुड़ सकता है, होर जितनियां वस्तुआं ने उन्हां दे बने भांडे जुड़ सकते हैं, पर सच जानना एक मिट्टी का भांडा है जिहड़ा एक बारी टुट गया मुड़ के जोड़िया नहीं जा सकता। इस करके कबीर साहब ने आख्या कि कहाँ विसासा इस भांडे का, इस भांडे का, इस बर्तन का कोई विश्वास नहीं। इतनक लागे ठणका, थोड़ी जी कोई ठोकर वजी नहीं, इस भांडे ने टुट जाना। इस भांडे ने टुट जाना। ते कबीर साहब कहते हैं कि आगे को कुछ तलहा बांधो क्या परवासा धन का। अगे नूं कोई तुल्हा बेड़ी अपने जीवन की तैयार कर लै, क्योंकि धन का कोई भरोसा नहीं है, विश्वास नहीं है, क्योंकि बेड़ी ने कम आना है, इस धन ने तेरे उत्थे काम नहीं जे आना। ये गल समझ लैनी चाहिए सारे। धन इस संसार दे विच कम आउंदा जदों तक शरीर रूपी ये भांडा है। जिस दिन ये भांडा टुट गया, ये शरीर रूपी घड़ी टुट गई ना, और ये श्वासां रूपी जिहड़ी लड़ी चल रही सी, उस दिन खत्म हो जानी है, तो इस धन का फिर तेरे शरीर दे नाल कोई वास्ता नहीं रहना, क्योंकि उत्थे फिर जह मात पिता सुत मीत ना पाई, ना माता पिता भैन भरा कोई नहीं जान, मन नाम उहाँ तेरे संग साई, जय मुश्किल होवे अदपारी, हर को नाम खिन माहे उधारी। उत्थे जे कोई तेरा उद्धार करता है, जे उत्थे भयानक पैंडा है, तो उत्थे जे कोई चीज़ कम आ सकती है, वो है तेरा बनिया होया वो तोसा, वो बेड़ी, वो तुल्हा जिहड़ा तू जीवन दे विच नाम धन दा इकट्ठा कीता है। इस करके गुरबाणी ने सब तो वध यतन किया कि मनुख नूं समझाया कि आगे को कुछ तुल्हा बांधो, अगे वास्ते कोई तुल्हा कोई बेड़ी तैयार कर। क्या परवासा धन का, की धन दे भरोसे बैठा हुए। ये गल सच्ची तरह समझ ले, धन सारिया थावां ते काम नहीं जे आउणा। संसार तक जदों तक इत्थे धन है, अगे तेरे धर्म नहीं कम आउणा। पर मनुख कई बार धन का भरोसा कर लैंदा है, सब कुछ धन ही समझ लैंदा है। इस करके ये जीवन की असलियत तो वांझा रह जाता है, क्योंकि बाबा फरीद जी आखन लगी अजराइल फरेश्ता कह कर नाठी अज। आखन लगे जिहड़ा कि मौत का फरिश्ता है ना, वो प्राहुणा बन के आ जाता है। ते वेख अज किसी दे घर मौत का फरिश्ता प्राहुणा बन के आया है। पाओ कि बाबा फरीद जी आख रहे ने, जो अज किसी दे घर मौत का फरिश्ता आया प्राहुणा बन के, नठ के आया है, जो जीव पंछी डारां विचों नित तेरे सामने किसी ना किसी दे इत्थे तुरन दी वारी आई रहिंदी है, अज किसी दे घर आया है ते अगे तू अपने भी जान। कबीर पड़ोसी के जो हुआ तू अपने भी जान। जो पड़ोसी दे घर होया, गुआंढी दे घर होया, वो तेरे घर भी होना है। ऐसी गल नहीं कि मौत ने गुआंढी दे घर ही आना, तेरे घर नहीं, सारियां दे घर, क्योंकि घर घर इहो पहुँचा सदड़े नित पवन, सदड़े तो रोज़ ही पै रहे ने। इस करके बाबा फरीद जी कहते हैं कि अज मौत का फरिश्ता किसी घर विच चल के आया है। नाठी का अर्थ है प्राहुणा, क्योंकि पक्का टिकता नहीं है, आके कुछ समा रुके चले जाना। इस तरह ही जिहड़ा अजराइल फरिश्ता है, मौत का फरिश्ता धर्मराज है, उसने तेरे घर दे विच अज किसी के घर च दस्तक दी है, कल नूं तेरे घर विच भी दस्तक देगा। आओ बाबा फरीद जी आख रहे तू क्यों गाफल होके सुता पे है। अज किसी के घर कीरने पै रहे ने, किसी के घर रोन दी आवाज़ां आ रही ने,
अज कोई संसार दे विचों तेरे गुआंढ चों चला गया, किसी दे घर विच अज फरिश्ते ने अपने पैर पा दिते ने। आओ किसी दे घर मौत दा पैगाम आया ते तू गाफल ना हो, मौत दा पैगाम तैनूं भी आउणा। एक दिन प्रोहणा बन के इस धर्म राजे ने फरिश्ते ने तेरे घर भी आउणा है और तेरे शरीर रूपी इस घड़ी नूं तोड़ देना है, मटकी नूं तोड़ देना है, इस भांडे नूं तोड़ देना है ते श्वासां दी जिहड़ी डोर है ये भी टुट जाएगी, लड़ी भी टुट जाएगी। इस करके बाणी ने एक गल समझाई कि हम आदमी हाँ एक दमी, बस ये साडा जीवन है, एक दम है। जिहड़ा दम असी लै रहे हाँ, ये संसार परिवार सब कुछ सानू अपना नज़र आ रहा है। तन पदार्थ बैंक बैलेंस, अगला सवास ना आवे ते इत्थे ना तन ना बैंक बैलेंस ना पदार्थ ना परिवार ना घर, कुछ भी तेरा नहीं होएगा। इस करके गुरु नानक पातशाह ने सिख की झोली विच ज्ञान पाया कि हम आदमी हाँ एक दमी, मोहलत मोहत न जाना, नानक बिनवै तिसै सरेबो, जाके जी पुराना, अंधे जीव ना विचार, देख केते के दिना। पता नहीं कितने एक दिन ने जीवन के अंदर। अगले वचन बाबा फरीद जी कर रहे ने, फरीदा पन्नी घड़ी सबन भी, टूटी नागर लज, जो सज्जन होए आहार थे, से क्यों आमै अज। बाबा फरीद जी फिर दोहरा रहे ने, हे फरीद वेख, किस दा शरीर रूप सोने रंग वाला भांडा भज गया, टुट गया। टूटी लज, श्वासां रूपी सोनी लज, ये श्वासां रूपी लड़ी ये भी टुट गई है। ते आखन लगे जो सज्जन पोए आहार थे, जेड़े भरा नवाज वल्लों गाफल होके धरती ते उठते निरा, धरती ते पहाड़ है। और कई बारी तो पहाड़ संसार समझदा कि इस मनुख का पहाड़ है, परिवार समझदा है, बच्चे समझते ने, पत्नी समझती है, माता पिता समझते हैं कि पुत्र तो जम्या पर है, ये धरती ते निरा पहाड़ ही है, कुछ भी नहीं, कख नहीं किया। और बाबा फरीद जी ने उन्होंने पहाड़ आख्या कि जेड़े नाम तो खुंजे हुए ने। उन्होंने बड़े प्यारे वचन किए कि जिन्हों ने मन नूं जोड़िया और दिलों मुहब्बत की, वो सच्चे ने पर वो कच्चे ने, जिन्हों के मन ते मुख विच कुछ होर है। दिलों मोहब्बत जिन से ही सचया, जिन मन होर मुख होर से कांडे कचया, रत्ते इश्क खुदाए रंग दीदार के, विसरिया जिन्ना नाम ते भोए भार थिए। जिन्होंने नाम विसर गया ना परमात्मा का, वो धरती ते पहाड़ी ने। भाई गुरदास जी लिखते ने कि एक बारी धरती ने प्रभु के चरणों में पुकार की कि हे प्रभु, ये भार मेरे को चलिया नहीं जाता, तो हुण कोई कृपा कर। धरती ने परमात्मा ने भी इतने उच्चे उच्चे पर्वत ने कि धरती तैनू इन्हां दा भार है। धरती ने सिर हिलाया, हे रब्बा, हे मेरे प्रभु, इसका भार नहीं। ना तिस पारे पर्वता आसमान खेंदे। परमात्मा फिर पुछदा, जे इन्हां पहाड़ां दा भार नहीं ते तेरे उत्ते बड़े बड़े किले बने हुए ने, मकान बने हुए ने, बड़े बड़े महल ने, कि इन्हां दा भार है। धरती कहने ना तिस पारे कोटगढ़ कर वार दसन दे। परमात्मा इस धरती ने कहती है कि इन्हां किलियां दा भी मैनू कोई पार नहीं, ना इन्हां घरां दा कोई पार, जिहड़े घर इतने दिसदे ने। परमात्मा फिर पुछदा कि तैनू इन्हां समुद्रां दा और नदियां दा पार है। धरती कहनी ना परमात्मा, इन्हां दा भी पार नहीं। ना तिस पारे सायरां नद वाह बहंदे। ना इन्हां समुद्रां दा पार, ना इन्हां नदियां दा पार। रब हार के पुछदा धरती है, तू कहती बड़ा भार है, झलिया नहीं जाता, फिर केड़ा भार है।
ਧਰਤੀ ਕਹਿੰਦੀ ਰੱਬਾ ਮੇਰੀ ਪੁਕਾਰ ਸੁਣ। ਆਖਣ ਲੱਗੀ ਭਾਰੀ ਭੋਏ ਅਕ੍ਰਿਤ ਕਨ ਮੰਦੀ ਹੂੰ ਮੰਦੇ। ਇਹ ਜਿਹੜੇ ਅਕ੍ਰਿਤ ਕਨ ਲੋਕ ਨੇ ਨਾ, ਇਹੀ ਭਾਰ ਹੈ ਮੇਰੀ ਧਰਤੀ ਤੇ। ਉਚਾਰਨ ਕਰੋ ਸਤਨਾਮ। ਜਿਹੜੇ ਤੇਰੇ ਕੋਲ ਲੈ ਸਭ ਕੁਝ ਰਹੇ ਨੇ, ਮੇਰੇ ਕੋਲ ਲੈ ਸਭ ਕੁਝ ਰਹੇ ਨੇ, ਸ਼ੁਕਰਾਨਾ ਇਹਨਾਂ ਦਾ ਕੋਈ ਨਹੀਂ। ਇਹ ਧਰਤੀ ਦੇ ਭਾਰ ਹੀ ਨੇ ਸਾਰੇ। ਭਾਰੀ ਭੋਏ ਅਕ੍ਰਿਤ ਕਣ। ਅਕ੍ਰਿਤ ਕਣ ਕਿਹੜਾ? ਜਿਹੜਾ ਲੈ ਕੇ ਸ਼ੁਕਰਾਨਾ ਨਾ ਕਰੇ। ਦਾ ਸ਼ੁਕਰਾਨਾ ਕੋਈ ਹੈ ਨਹੀਂ। ਕਹਿੰਦੇ ਇਹਨਾਂ ਦਾ ਭਾਰ ਹੈ। ਰੱਬ ਕੋਲੋਂ ਲੈ ਰਹੇ ਹਾਂ, ਗੁਰੂ ਕੋਲੋਂ ਲੈ ਰਹੇ ਹਾਂ, ਧਰਤੀ ਦੇ ਰਹੀ ਹੈ, ਸਭ ਕੁਝ ਇੱਥੋਂ ਪ੍ਰਾਪਤ ਹੋ ਰਿਹਾ। ਨਾ ਧਰਤੀ ਦਾ ਸ਼ੁਕਰਾਨਾ, ਨਾ ਪਰਮਾਤਮਾ ਦਾ ਸ਼ੁਕਰਾਨਾ, ਨਾ ਧਰਮ ਦਾ ਸ਼ੁਕਰਾਨਾ, ਨਾ ਗੁਰੂ ਦਾ ਸ਼ੁਕਰਾਨਾ। ਬੰਦਾ ਕਹੀ ਜਾ ਰਿਹਾ ਇਹ ਤਾਂ ਮੇਰੇ ਕਰਕੇ ਚੱਲ ਰਿਹਾ, ਮੈਂ ਪਰਿਵਾਰ ਨੂੰ ਚਲਾ ਰਿਹਾ। ਔਰ ਇਸ ਨੂੰ ਇਹ ਨਹੀਂ ਮਾਲੂਮ ਕਿ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਈ ਖਾਏ। ਪਰਮਾਤਮਾ ਦਿੰਦਾ ਆ ਰਿਹਾ ਤੇ ਜੁਗਾ ਜੁਗਾ ਤੋਂ ਅਸੀਂ ਉਸਦਾ ਦਿੱਤਾ ਹੋਇਆ ਖਾ ਰਹੇ ਹਾਂ। ਇਸ ਕਰਕੇ ਧਰਤੀ ਕਹਿੰਦੀ ਪਰਮਾਤਮਾ ਮੈਨੂੰ ਹੋਰ ਕੋਈ ਭਾਰ ਨਹੀਂ। ਜੇ ਮੇਰੇ ਤੇ ਭਾਰ ਹੈ ਤੇ ਉਹਨਾਂ ਦਾ ਜਿਹੜੇ ਕਿ ਤੇਰਾ ਕੋਲੋਂ ਬੰਦੇ ਦੀ ਇੱਕ ਹਾਲਤ ਹੈ, ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣੇ ਨਾਹੀਂ ਮਰਨ ਵਿਚਾਰਾ। ਦਾਤ ਪਿਆਰੀ ਲੱਗਦੀ ਹੈ ਜਿਸ ਨੇ ਦਿੱਤੀ, ਉਸਦਾ ਧੰਨ। ਮਨੁੱਖ ਦੀ ਹਾਲਤ ਇਸ ਤਰ੍ਹਾਂ ਦੀ ਹੈ ਜਿਵੇਂ ਕਿ ਪਿਤਾ ਬਾਜ਼ਾਰ ਗਿਆ, ਸੰਤਰਾ ਲੈ ਕੇ ਆਇਆ, ਆਪਣੇ ਪੁੱਤਰ ਨੂੰ ਲਾ ਕੇ ਦੇ ਦਿੱਤਾ। ਪੁੱਤਰ ਨੇ ਸੰਤਰੇ ਨੂੰ ਛਿੱਲਿਆ ਤੇ ਇੱਕ ਫਾੜੀ ਉਹਦੇ ਵਿੱਚੋਂ ਆਪਣੇ ਪਿਓ ਨੂੰ ਦੇਣ ਲੱਗਦਾ ਹੈ। ਔਰ ਦੇ ਪਤਾ ਕਿਵੇਂ ਰਿਹਾ? ਇਸ ਤਰ੍ਹਾਂ ਦੇ ਰਿਹਾ ਜਿਵੇਂ ਕਿ ਸੰਤਰੇ ਦਾ ਮਾਲਕ ਮੈਂ ਹਾਂ। ਉਹ ਮੰਗਤਾ ਹੋਵੇ ਜਿਹੜਾ ਲੈ ਕੇ ਆਇਆ ਸੀ, ਔਰ ਜੋ ਬੱਚਾ ਦੇ ਰਿਹਾ ਉਹ ਦਾਤਾ ਬਣ ਕੇ ਦੇ ਰਿਹਾ। ਬੰਦੇ ਦੀ ਹਾਲਤ ਬਸ ਐਸੀ ਹੈ ਕਿ ਅਰਪਣ ਵੀ ਕਰਦਾ ਤੇ ਲੋਕਾਂ ਵਿੱਚ ਜਤਾਉਂਦਾ, ਇਹ ਪੱਖਾ ਮੈਂ ਭੇਟ ਕੀਤਾ, ਇਹ ਕੁਰਸੀਆਂ ਮੈਂ ਭੇਟਾ ਕੀਤੀਆਂ, ਇਹ ਦਰਵਾਜ਼ੇ ਮੈਂ ਭੇਟਾ ਕੀਤੇ, ਇਹ ਸਾਰੀਆਂ ਚੀਜ਼ਾਂ ਮੈਂ ਭੇਟਾ ਕੀਤੀਆਂ। ਇਹ ਤਾਂ ਹਰ ਥਾਂ ਤੇ ਆਪਣਾ ਨਾਮ ਲਿਖਾਉਣਾ ਚਾਹੁੰਦਾ ਹੈ। ਇਹ ਬੰਦੇ ਦੀ ਹਾਲਤ ਐਸੀ ਹੈ। ਜੋ ਗੁਰੂ ਨੇ ਦਿੱਤਾ, ਪਰਮਾਤਮਾ ਨੇ ਦਿੱਤਾ, ਉਸ ਦਿੱਤੀ ਹੋਈ ਦਾਤ ਵਿੱਚੋਂ ਕੁਝ ਦੇ ਰਿਹਾ, ਅਰਪਣ ਕਰ ਰਿਹਾ ਮਨੁੱਖ, ਪਰ ਇਹ ਆਪਣੀ ਮੋਹਰ ਲਗਾਉਣਾ ਚਾਹੁੰਦਾ, ਮੈਂ ਦਿੱਤਾ। ਔਰ ਵੱਡੇ ਵੱਡੇ ਧਾਰਮਿਕ ਲੋਕ ਮੈਂ ਦੇਖੇ ਜਿਹੜੇ ਆਪਣੇ ਆਪ ਨੂੰ ਧਾਰਮਿਕ ਅਖਵਾਉਂਦੇ ਨੇ, ਉਹਨਾਂ ਦੀ ਬਿਰਤੀ ਬਸ ਇੱਥੇ ਹੀ ਟਿਕੀ ਹੈ। ਲੋਕਾਂ ਨੂੰ ਪਤਾ ਚੱਲਣਾ ਚਾਹੀਦਾ ਕਿ ਮੈਂ ਇਤਨਾ ਕੁਝ ਦਿੱਤਾ ਗੁਰੂ ਘਰ ਨੂੰ। ਬਹੁਤ ਸਾਰੇ ਗੁਰਦੁਆਰੇ ਜਿਹੜੇ ਨੇ ਉਹਨਾਂ ਦੇ ਉੱਤੇ ਲੱਗੇ ਹੋਏ ਪੱਥਰਾਂ ਨੂੰ ਕਾਲਾ ਕਰ ਦਿੱਤਾ ਸੀ ਨਾਮ ਲਿਖ ਲਿਖ ਕੇ। ਇਹ ਫਲਾਣੇ ਨੇ ਲਗਾਇਆ, ਇਹ ਫਲਾਣੇ ਨੇ ਸੇਵਾ ਕੀਤੀ, ਇਹ ਫਲਾਣੇ ਨੇ ਦਿੱਤਾ। ਸੋ ਮਨੁੱਖ ਦੀ ਇੱਕ ਬਿਰਤੀ ਹੈ ਕਿ ਜੋ ਦੇਣ ਵਾਲਾ ਦਾਤਾ ਹੈ ਉਸ ਨੂੰ ਜੇ ਕੁਝ ਅਰਪਣ ਵੀ ਕਰਦਾ ਹੈ ਤਾਂ ਇਹ ਜਤਾਉਂਦਾ ਹੈ ਕਿ ਇਹ ਮੈਂ ਤੈਨੂੰ ਦੇ ਰਿਹਾ। ਔਰ ਭਗਤਾਂ ਨੇ ਆਖਿਆ ਵੀ ਤੇਰਾ ਕੀਆ ਤੁਝੇ ਕਾ ਅਰਪਣ, ਵੀ ਤੂੰ ਹੀ ਦਿੱਤਾ, ਤੈਨੂੰ ਕੀ ਅਸੀਂ ਅਰਪਣ ਕਰ ਸਕਦੇ ਹਾਂ। ਭਗਤ ਕਹਿੰਦੇ ਨੇ ਹੇ ਰੱਬ ਜੋ ਕੁਝ ਸਾਡੇ ਤੈਨੂੰ ਕੀ ਅਰਪਣ ਕਰੀਏ। ਸਿੱਖ ਰੋਜ਼ ਪੜਦਾ, ਇਹ ਮੰਨਦਾ ਹੈ ਨਹੀਂ। ਉਸ ਨੂੰ ਹੀ ਦੇਖ ਕੇ ਉਹ ਸਿੱਖ ਕਹਿੰਦਾ ਇਹ ਮੈਂ ਦਿੱਤਾ ਹੈ, ਮੇਰਾ ਨਾਮ ਹੋਣਾ ਚਾਹੀਦਾ। ਲੋਕਾਂ ਨੂੰ ਕਿਵੇਂ ਪਤਾ ਚੱਲੇਗਾ ਕਿ ਮੈਂ ਦਿੱਤਾ ਹੈ? ਮਨੁੱਖ ਨਾਮ ਦਾ ਬਹੁਤ ਭੁੱਖਾ ਹੈ, ਦੇ ਕੇ ਆਪਣੇ ਨਾਮ ਨੂੰ ਜਿਤਾਉਣਾ ਚਾਹੁੰਦਾ ਹੈ। ਇਸ ਕਰਕੇ ਇਹ ਜੀਵਨ ਦੇ ਵਿੱਚ ਭੁੱਲ ਹੀ ਜਾਂਦਾ ਹੈ ਮੌਤ ਨੂੰ, ਆਖਰਲੇ ਵਕਤ ਨੂੰ। ਔਰ ਧਰਤੀ ਦੇ ਉੱਤੇ ਮਨੁੱਖ ਜਿਹੜਾ ਉਹ ਭਾਰ ਹੈ, ਪਰਿਵਾਰ ਦੇ ਉੱਤੇ ਬੋਝ ਹੈ, ਪਤਨੀ ਦੇ ਉੱਤੇ ਬੋਝ ਹੈ, ਬੱਚਿਆਂ ਦੇ ਉੱਤੇ ਬੋਝ ਹੈ, ਮਾਤਾ ਪਿਤਾ ਦੇ ਉੱਤੇ ਬੋਝ ਹੈ। ਐਸੇ ਬੋਝਲ ਮਨੁੱਖ ਨੂੰ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਧਰਤੀ ਕਹਿੰਦੀ ਪਰਮਾਤਮਾ ਨੂੰ, ਕਹਿੰਦੇ ਨਾ ਤਿਸ ਭਾਰੇ ਪਰਬਤਾ ਅਸਮਾਨ ਖੈਂਦੇ, ਨਾ ਤਿਸ ਭਾਰੇ ਕੋਟ ਗਰ ਕਰ ਬਾਰ ਦਸੰਦੇ, ਨਾ ਤਿਸ ਭਾਰੇ ਸਾਇ ਨਾ ਨਦ ਵਾਹ ਬਹੰਦੇ, ਭਾਰੇ ਪੋਏ ਅਕ੍ਰਿਤ ਕਨ ਮੰਦੀ ਹੂੰ ਮੰਦੇ। ਵੀ ਜੇ ਕੋਈ ਭਾਰ ਹੈ ਤਾਂ ਉਹ ਭਾਰ ਇਹਨਾਂ ਲੋਕਾਂ ਦਾ ਜਿਹੜੇ ਅਕ੍ਰਿਤ ਕਰਨੇ, ਜਿਹੜੇ ਮੰਦੇ ਤੋਂ ਮੰਦਾ ਕੰਮ ਕਰਦੇ ਨੇ, ਕਦੀ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ,
ਜੋ ਸੱਜਣ ਭਾਰਥੀ ਹੈ, ਜਿਹੜੇ ਕਿ ਧਰਤੀ ਤੇ ਭਾਰ ਬਣੇ ਹੋਏ ਨੇ। ਮੈਂ ਬੇਨਤੀ ਇਹ ਕਰ ਰਿਹਾ ਸੀ, ਬਾਬਾ ਫਰੀਦ ਜੀ ਕਹਿੰਦੇ ਨੇ, ਕਹਿੰਦੇ ਦਿਲੋਂ ਮੁਹੱਬਤ ਜਿਨ ਸਹੀ ਸਚਿਆ, ਜਿਨ ਮਨ ਹੋਰ ਮੁਖ ਹੋਰ ਸਿੱਖ ਰੱਤੇ ਇਸ਼ਕ ਖੁਦਾਏ, ਰੰਗ ਦਿਦਾਰ ਕੇ ਵਿਸਰਿਆ, ਜਿਨ੍ਹਾਂ ਨਾਮ ਤੇ ਭੋਏ ਭਾਰਥੀ। ਜਿਨ੍ਹਾਂ ਨੂੰ ਨਾਮ ਭੁੱਲ ਗਿਆ ਉਹ ਧਰਤੀ ਤੇ ਭਾਰ ਹੀ ਨੇ। ਧਰਤੀ ਦੇ ਤੇ ਭਾਰ ਹੀ ਉਹਨਾਂ ਮਨੁੱਖਾਂ ਦਾ ਹੈ। ਜੋ ਸੱਜਣ ਭੋਏ ਭਾਰਥੀ, ਜਿਹੜੇ ਧਰਤੀ ਦੇ ਉੱਤੇ ਸੱਜਣ ਦੇ ਪਰਮਾਤਮਾ ਦੀ ਬੰਦਗੀ ਤੋਂ, ਫਿਰ ਕਹਿੰਦੇ ਉਹਦੀ ਨਵਾਜ਼ ਤੋਂ ਗਾਫਲ ਹੋ ਕੇ ਧਰਤੀ ਉੱਤੇ ਨਿਰਾ ਭਾਰ ਬਣੇ ਰਹੇ। ਜੇ ਧਰਤੀ ਦੇ ਉੱਤੇ ਆਪਣਾ ਭਾਰ ਹੌਲਾ ਕਰਨਾ ਨਾ ਪਿਆਰਿਓ, ਫਿਰ ਪਰਮਾਤਮਾ ਦੀ ਬੰਦਗੀ ਕਰਕੇ ਹੀ ਹੋ ਸਕਦਾ ਹੈ। ਨਹੀਂ ਤਾਂ ਅਸੀਂ ਧਰਤੀ ਤੇ ਭਾਰ ਹਾਂ। ਅਕ੍ਰਿਤ ਕਣ ਮਨੁੱਖ ਭਾਰ ਹੈ ਧਰਤੀ ਦੇ ਉੱਤੇ। ਕਿਤੇ ਵਿਚਾਰ ਕਰੀਏ ਜੀਵਨ ਵਿੱਚ। ਔਰ ਇਹ ਗੱਲ ਵੀ ਪੱਕੀ ਬਾਬਾ ਫਰੀਦ ਜੀ ਆਖ ਰਹੇ ਨੇ, ਕਹਿੰਦੇ ਵੇਖ ਕਿਸ ਦਾ ਸਰੀਰ ਰੂਪ ਸੋਨੇ ਰੰਗ ਵਾਲਾ ਭਾਂਡਾ ਭੱਜ ਗਿਆ, ਸਵਾਸਾਂ ਰੂਪੀ ਸੋਹਣੀ ਲੱਜ ਟੁੱਟ ਗਈ, ਤੇਰੀ ਵੀ ਟੁੱਟਣੀ ਹੈ। ਤੂੰ ਕੋਈ ਇੱਥੇ ਬੈਠੇ ਥੋੜੀ ਰਹਿਣਾ, ਕਿਉਂਕਿ ਇਹ ਟਿਕਾਣਾ ਸਰੀਰ ਕਾਲੀ ਨਹੀਂ ਹੈ। ਅਸੀਂ ਇੱਕਦਮ ਦੇ ਹਾਂ ਕੇਵਲ। ਇਸ ਕਰਕੇ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਨੇ ਆਪਣੇ ਸਿੱਖ ਨੂੰ ਆਖਿਆ ਸੀ, ਕਹਿੰਦੇ ਹਰ ਜਪ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾ ਆਵੈ ਕਿ ਨਾ ਆਵੇ। ਰਾਮ ਪਤਾ ਨਹੀਂ ਅਗਲਾ ਸਵਾਸ ਆਉਣਾ ਵੀ ਹੈ ਕਿ ਨਹੀਂ ਆਉਣਾ, ਪਤਾ ਹੀ ਨਹੀਂ। ਔਰ ਭੁਲੇਖੇ ਇਤਨੇ, ਆਸਾਵਾਂ ਇਤਨੀਆਂ। ਇਸ ਕਰਕੇ ਬਾਬਾ ਫਰੀਦ ਜੀ ਆਖਣਗੇ, ਸੇ ਕਿਉਂ ਆਵੇਂ ਅੱਜ। ਉਹਨਾਂ ਨੂੰ ਮਨੁੱਖਾ ਜਨਮ ਵਾਲਾ ਇਹ ਸਮਾਂ ਫਿਰ ਨਹੀਂ ਮਿਲੇਗਾ। ਜਿਹੜੇ ਧਰਤੀ ਤੇ ਭਾਰ ਬਣੇ ਰਹੇ ਨਾ, ਔਰ ਪਰਮਾਤਮਾ ਦੀ ਬੰਦਗੀ ਤੋਂ ਗਾਫਲ ਰਹੇ, ਔਰ ਫਿਰ ਬਾਅਦ ਦੇ ਵਿੱਚ ਜਦੋਂ ਇਹ ਸਰੀਰ ਰੂਪੀ ਭਾਂਡੇ ਨੇ ਟੁੱਟ ਜਾਣਾ ਨਾ, ਫਿਰ ਜੋ ਉਹਨਾਂ ਨੂੰ ਇਹ ਸਮਾਂ ਨਹੀਂ ਮਿਲਣਾ। ਕਈ ਨੂੰ ਤੁਸੀਂ ਕਹਿੰਦੇ ਹੋਏ ਵੇਖਿਆ ਹੋਏਗਾ ਕਿ ਰੱਬ ਕਿਤੇ ਸਾਨੂੰ ਫਿਰ ਬੱਚਾ ਬਣਾ ਦੇਵੇ। ਬੱਚੇ ਤੋਂ ਜਵਾਨੀ, ਜਵਾਨੀ ਤੋਂ ਬੁਢੇਪਾ ਆ ਗਿਆ, ਬੰਦਾ ਅਜੇ ਵੀ ਕਹਿੰਦਾ ਕਿ ਰੱਬ ਦੁਬਾਰਾ ਮੁੜ ਬੱਚਾ ਬਣਾ ਦੇਵੇ। ਫਿਰ ਬੰਦ ਕੀ ਕਰਾਂਗੇ? ਜਦੋਂ ਪਹਿਲਾਂ ਨਹੀਂ ਕਰੀ, ਅੱਗੇ ਕੋਈ ਵਿਸ਼ਵਾਸ ਥੋੜ੍ਹੀ ਹੈ। ਪਹਿਲਾਂ ਤੋਂ ਮਿਲਿਆ ਸਮਾਂ ਗਵਾ ਚੁੱਕੇ ਹਾਂ, ਫਿਰ ਅੱਗੇ ਵਿਸਾਹ ਥੋੜ੍ਹੀ ਕੀਤਾ ਜਾ ਸਕਦਾ। ਪਾਓ ਕਿ ਜੇ ਇਹ ਮਨੁੱਖਾ ਜੀਵਨ ਦੀ ਬਾਜੀ ਦਾ ਸਮਾਂ ਲੰਘਿਆ ਨਾ, ਬਾਬਾ ਫਰੀਦ ਜੀ ਸਮਝਾ ਰਹੇ ਨੇ ਗੁਰਸਿੱਖੋ, ਫਿਰ ਇਹ ਮੁੜ ਕੇ ਪ੍ਰਾਪਤ ਨਹੀਂ ਹੋਣਾ। ਸੇ ਕਿਉਂ ਆਵੇਂ ਅੱਜ। ਅੱਜ ਦਾ ਅਰਥ ਹੈ ਉਹਨਾਂ ਨੂੰ ਮਨੁੱਖਾ ਸਮਾਂ ਵਾਲਾ ਇਹ ਸਮਾਂ ਫਿਰ ਮੁੜ ਕੇ ਨਹੀਂ ਆਉਣਾ, ਸਮਾਂ ਨਹੀਂ ਮਿਲਣਾ। ਫਿਰ ਜ਼ਿੰਦਗੀ ਦੀ ਇਹ ਅੱਜ ਨਹੀਂ ਆਉਣੀ। ਜੋ ਅੱਜ ਹੈ ਉਹ ਤੇਰੇ ਕੋਲ ਅੱਜ ਹੈ, ਸੰਭਾਲ ਲੈ। ਇਹ ਅੱਜ ਵਾਲਾ ਸਮਾਂ ਜੇ ਕੱਲ ਆ ਗਿਆ ਨਾ, ਤੇ ਇਸ ਨੇ ਚਲੇ ਜਾਣਾ, ਮੁੜ ਕੇ ਨਹੀਂ ਆਉਣਾ। ਤਾਈ ਤਾਂ ਭਗਤ ਰਵਿਦਾਸ ਜੀ ਨੇ ਆਖਿਆ ਸੀ ਕਿ ਜੋ ਦਿਨ ਆਮੈ ਸੋ ਦਿਨ ਜਾਹੀ, ਕਰਨਾ ਕੂਚ ਰਹਿਨ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚਲਨਾ, ਦੂਰ ਗਵਨ ਸਿਰ ਉੱਪਰ ਮਰਨਾ, ਕਿਆ ਤੂੰ ਸੋਇਆ ਜਾਗ ਆਨਾ, ਤੈ ਜੀਵਨ ਜਗ ਸਚ ਕਰ ਜਾਣਾ। ਕਹਿੰਦੇ ਨੇ ਬਾਬਾ ਜੀ, ਕਹਿੰਦੇ ਪੀਤਰ ਹਾੜ ਚਲਾਵੇ, ਕਰ ਬੰਦ ਕੀ ਛਾੜ ਮੈਂ ਮੇਰਾ, ਹਿਰਦੈ ਨਾਮ ਸਮਾਰਸ ਮੇਰਾ, ਜਨਮ ਸਿਰਾਨੂ ਪੰਥ ਨਾ ਸਵਾਰਾ। ਬੰਦੇ ਦੀ ਹਾਲਤ ਹੈ ਕਿ ਜਨਮ ਸਵਾਰਨ ਤੇ ਲੱਗਿਆ ਹੋਇਆ, ਰਸਤਾ ਨਹੀਂ ਸਵਾਰਿਆ। ਪਾਓ ਕਿ ਸੰਸਾਰ ਦੀ ਸੁੱਖ ਸਹੂਲਤ ਤੇ ਬੰਦਾ ਇਕੱਠਾ ਕਰ ਰਿਹਾ, ਪਰ ਜਿਸ ਰਸਤੇ ਤੇ ਇਸ ਨੇ ਜਾਣਾ ਉਸ ਦੀ ਕੋਈ ਇਸ ਨੂੰ ਚਿੱਤ ਚੇਤੇ ਵੀ ਨਹੀਂ, ਮਨ ਦੇ ਵਿੱਚ ਹੀ ਨਹੀਂ ਹੈ। ਜਨਮ ਸਿਰਾਨੂ ਪੰਥ ਨਾ ਸਵਾਰਾ, ਸਾਂਝ ਪਰੀ ਦਾਹ ਦਿਸ ਅੰਧਿਆਰਾ। ਜਿਸ ਦਿਨ ਇਸ ਸਰੀਰ ਰੂਪੀ ਭਾਂਡੇ ਨੇ ਟੁੱਟ ਜਾਣਾ, ਸਾਂਝ ਪੈ ਜਾਣੀ ਹੈ, ਜੋਤ ਨੇ ਨਿਕਲ ਜਾਣਾ ਹੈ, ਚਾਰੇ ਪਾਸੇ ਦਾਹ ਦਿਸ ਅੰਧਿਆਰਾ, ਚਾਰੇ ਪਾਸੇ ਅੰਧਕਾਰ ਹੋ ਜਾਣਾ, ਕੁਝ ਦਿਸਣਾ ਨਹੀਂ। ਫਿਰ ਜਦੋਂ ਤੱਕ ਜੋਤ ਹੈ ਉਦੋਂ ਤੱਕ ਬੰਦਗੀ ਕਰ ਨਹੀਂ ਰਿਹਾ ਤੂੰ। ਜਿੱਦਾਂ ਜੋਤ ਨਿਕਲ ਗਈ ਇਸ ਸਰੀਰ ਵਿੱਚੋਂ, ਇਸ ਸਰੀਰ ਨੇ ਫਿਰ ਬੰਦਗੀ ਨਹੀਂ ਕਰਨੀ। ਤਾਂ ਹੀ ਤਾਂ ਕਬੀਰ ਸਾਹਿਬ ਨੇ ਆਖਿਆ ਸੀ ਕਿ ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ, ਤੇਲ ਜਲੇ ਬਾਤੀ ਟਹਿਰਾਣੀ, ਸੂਨਾ ਮੰਦਰ ਹੋਈ, ਰੇ ਬੋਰੇ ਤੋਏ ਘਰੀ ਨਾ ਰੱਖੇ ਕੋਈ, ਤੂੰ ਰਾਮ ਨਾਮ ਜਪ ਸੋਈ। ਤੂੰ ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੀ ਬੰਦਗੀ ਕਰ। ਨੂੰ ਕਿਸੇ ਨੇ ਘਰ ਵਿੱਚ ਨਹੀਂ ਰੱਖਣਾ, ਪਰ ਮਿਲਿਆ ਹੋਇਆ ਸਮਾਂ ਜਦੋਂ ਗਵਾਚ ਜਾਂਦਾ ਨਾ, ਜਨਮ ਸਿਰਾਰ ਨੂੰ ਪੰਥ ਨਾ ਸਵਾਰਾ, ਸਾਂਝ ਪਰੀ ਦਾਹ ਦਿਸ ਅੰਧਿਆਰਾ, ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨਖਾਨੇ। ਨਿਦਾਨ ਦਾ ਅਰਥ ਹੈ ਅੰਤ ਨੂੰ, ਹੇ ਦੀਵਾਨੇ ਮਨੁੱਖ ਚਲੇ ਜਾਣਾ ਹੈ,
पर संसार के फना होने वाले पदार्थ, नासवंत पदार्थ जिहड़े ने, उन्हां दे विच सुरत जोड़ के तू परमात्मा नूं चेते नहीं करता। रब क्यों नहीं चेते आउंदा? क्योंकि उन्हां पदार्थां दे नाल संग सने बने जिहड़े नासवंत ने। ऐसे मनुख बारे अगे बाबा फरीद जी आख रहे ने, फरीदा बेनिवाजा कुतिया ए ना भली रीत। फरीद, जो बंदे निवाज नहीं पढ़ते और जो बंदगी वल्लों गाफल हन, जो कदे भी उद्यम करके पंजे वेले मसीद नहीं आउंदे, और जो कदे भी घट तो घट पंज वेले रब की याद नहीं करते। मुसलमानों के मुताबिक बाबा फरीद जी अपने धर्म की गल करते हुए सारी मानवता को ज्ञान दे रहे हैं। इसका अर्थ यह है कि जिस भी धर्म को कोई मनता है, जे सिख होवे ते पंज बाणियां दा नितनेम ही होवे, जे मुसलमान है तो पंज वक्त की नमाज का जिक्र है, जे कोई हिंदू वीर है तो संध्या ते प्रांत, संध्या का अर्थ है शाम वेला, तो प्रातः का अर्थ है सवेरे वेले परमात्मा की याद विच बैठे। जे ईसाई है तो खुदा की याद विच बैठे। बाबा फरीद जी कह रहे हैं कि मनुख जिहड़ा है वो परमात्मा की बंदगी तो गाफल है, तो आखन लगे ये ना भली रीत, ये जिहड़ी रीत है ये चंगी नहीं है। ये जिहड़ा ना, ये जिहड़े जीवन का जिहड़ा तरीका तू अपनाया है, ये भली रीत नहीं है, चंगी नहीं है कि नवाज तो बन जाए तो कुत्ते दे समान नहीं है। बेनवाजा कुत्तिया, क्योंकि कुत्ता भी जिहड़ा है वो लोभी हुंदा है, ते मनुख भी नवाज तां नहीं बढ़ता क्योंकि ये लालची है। जिथे मनुख लालच करके काम संसार च करता है, लालच वाले बिरती नूं गुरु साहब जी ने, भगतां ने कहा कुत्ता। कुत्ता भी लालची है, मनुख भी लालची है, और लालच विच पै के ये परमात्मा की बंदगी तो खुंझिया होया। इस करके गुरु साहब जी ने यह गल कहनी पई कि द्वार है द्वार स्वान जो डोलत न सुध राम भजन की, सुख कै हेत बहुत दुख पावत सेव करत जन जन की। जने खने की सेवा करी जाना। तेरी हालत है कि द्वार द्वार ते लालच विच बधिया होया तू डोल रहे हैं। लालची मन तरजीह दी गई है, ये कुत्ता है। और बाबा फरीद जी कहते ये भली रीत नहीं है, ये जीवन का तरीका चंगा नहीं किया जा सकता। कब ही वक्त मसीद तेरे मन दे विच कदी भी ये उद्यम नहीं जन्म लिया, तेरे अंदर ये तांग पैदा नहीं हुई कि चल मैं कदी पंज वक्त रब नूं याद कर लवां, घट्टो घट्ट पंज वेले की नमाज ही पढ़ लवां, चलो होर नहीं करता कुछ, चलो होर कोई परोपकार नहीं, होर कोई सेवा नहीं, चल मैं इतना तो कर सकदा कि पंज बाणियां दा नितनेम तक कर सकदा, होर कुछ नहीं, चलो कुछ समा बैठ के उसकी याद दे विच तां मैं लाई सकदा कि हे रब्बा भी तू ये जीवन दिता है, ये श्वास दिते ने, ते इन्हां श्वासां नूं सफला कीता जाए। इस करके बाबा फरीद जी कहते ने कि ये जीवन चंगा नहीं है। लालच नाल भरिया जीवन, लालच विच लग के तू परमात्मा नूं विसारिया, तेरी हालत उस कुत्ते वर्गी है जो लालच दे विच द्वार द्वार ते डोलदा फिरदा है और हर एक घर दे बूहे ते जांदा है, वो डांगा खांदा है, लोग डंडे मारते हैं। इस तरह का जीवन तेरा है। और ये काम, ये रीत, ये जीवन का ढंग चंगा नहीं किया जा सकता। बाबा फरीद जी कह रहे हैं कि अपने जीवन के तौर तरीके नूं चेंज कर, फिर कुत्ते विच ते तेरे विच कोई फर्क नहीं। कर हरकाया धावे दंद जाए, लोभी जंत ना जाने पख अपख सब खाए। गुरु साहब कहते जिमें कुत्ता इस तरह का काम तू कर रहा है, वह भी हल्किया होया है, लोगों को वड्डण नूं पैंदा, जिसने पालिया सी, जिन्हां ने टुक पाया उन्होंने वड्ड लैंदा है। इस तरह लोभी मनुख जिहड़े उन्हां दी सेवा करते हैं, मनुख उन्होंने वड्डण नूं पैंदा है। हलकाया कुत्ता कहा गुरबाणी ने। और मनुख की तो हालत गुरु नानक पातशाह कहते हैं ऐसी है कि जदों ये सवेर उड़दा ना, एक स्वान दो स्वादी नाल भलके भुखे सदा ब्याल। जब सवेरे बंदा उड़दा ना तो गुरु नानक पिता कहते हैं एक स्वान
एक लोभ रूपी कुत्ता सवेरे जाग जाता तेरे नाल, तो अखां खोलदा लोभ नाल जाग जाता है। दो सवारनी नाल, दो कुत्तियां ने इसदे नाल, आसा ते तृष्णा ये भी नाल जाग जांदियां ने। भलके भुखें अमृत वेले उड़दे सार इन्हां ने भोगना शुरू कर देना। लोभ ने बंदे के अंदर भोगना शुरू कर देना, आसा ते तृष्णा रूपी कुत्तियां भोगना शुरू कर देंदियां ने। सदा ब्याल ते ये भयानक रूप धारण कर और मनुख इन्हां दे मगर लग लग के परमात्मा की बंदगी तो वांझा रह जाता है ते सच तो बागी हो जाता है। मनुखा जीवन अजाई चला जाता है, मौत भुली रहिंदी। इस करके अज किसी के घर दे विच मौत का फरिश्ता आया, कल नूं तेरे घर विच भी आवेगा, बाबा फरीद जी कहते हैं। इस करके बेनिवाजा ना रही। अगे फिर इसकी व्याख्या करनगे कि किस तरह नमाज पढ़नी है, किस तरह साई नूं चेते करना, और जिहड़े नहीं ना करते उन्हां बारे बाबा फरीद जी दसणगे कि उन्हां दे सिर दा शरीर दे नाल लगे रहण दा कोई फायदा नहीं, उन्हां दी तां खोपड़ ला देनी चाहिए है। जिहड़े बंदगी तो वांझे ने, सो अज दे दीवाना जितने बचन प्रवान, गुरु कृपा करे ये बचन जीवन च कमाइए। फुरमान तेरा सिरै ऊपर, फिर ना करत विचार, तू ही दरिया तू ही करया, तुझ है ते निस्तार। बंदे बंद की इख्तियार, साहिब रोस तरों के प्यार। नाम तेरा आधार मेरा, जो फूल जई है नार। कह कबीर गुलाम कर का जियाए भावें मार। बंदे खोज दिल हर रोज, ना फिर परेशानी माए। यह जो दुनिया शेर मेला, दस्तगिरी ना है। ये संसार जिहड़ा है वो सਦੀव नहीं रहना, इस दे विचों हर एक ने विंस जाना है। इस करके बंदगी इख्तियार कर, बंदगी नूं कबूल कर अपने अंदर। हर रोज़ अपने जीवन की चंगे ते माड़े कामां की खोज कर। जिस काम वास्ते है उस काम वास्ते जाग अते प्रभु के चरनां नाल जुड़ के जीवन नूं सफला कर। ये अज दे दीवान विच बाबा फरीद जी ने सानूं सोझी दित्ती है। इतने वचन प्रवान, धन्नवाद सारिਆਂ ਦਾ। जी आयां नूं फतेह जसान करो, आखो जी वाहिगुरु जी का खालसा, वाहिगुरु जी की फतेह। साहब जी तुमरी शरण तुम्हारी आशा, तुम्ही सजन सुहेले। राखो रखन हार दयाला, नानक करके। वाहिगुरु साहब जी तिलंग महला पहला, कर पहला। एक ओंकार सतगुर प्रसाद। यह तन माया पाया प्यारे, लीतड़ा लब रंगाए। मेरे कंतना भावै चोरा प्यारे, क्यों तन सजे जाए। यह तन माया पाया प्यारे, लीतड़ा लब रंगाए। मेरा कंतना भावै चोदड़ा प्यारे, क्यों धन सहजै जाए। हाँ कुर्बान जाओ मेहरबाना, हाँ कुर्बान जाओ। हाँ कुर्बान जाओ तिना कै, लैन जो तेरा नाओ। लैन जो तेरा नाओ तिना कै, हाँ सत कुर्बान जाओ। रहो काया रंगण जे थिए प्यारे, पाइए नाओ मजीठ। रंगण वाला जे रंगे साहिब, ऐसा रंग ना डीठ। जिनके चोले रतड़े प्यारे, कंध तिना के पास। तोड़ तिना की जे मिले जी, कहो नानक की अरदास। आपे साजे आपे रंगे, आपे नदर करे। नानक कामण कंत भावै, आपे ही रावे। आपे साजे आपे रंगे, आपे नदर करे।
ਨਾਨਕ ਕਾਮਣ ਕੰਤੇ ਭਾਵੈ ਆਪੇ ਹੀ ਰਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਗ ਗੋੜੀ ਦੀਪ ਕੀ ਮਹਿਲਾ ਪਹਿਲਾ। ਏਕ ਓੰਕਾਰ ਸਤਿਗੁਰ ਪ੍ਰਸਾਦ। ਕੀਰਤ ਆਖੀਐ ਕਰਤੇ ਕਾ ਹੋਇ ਵਿਚਾਰੋ ਤਿਤ ਕਰ ਗਾਵੋ। ਸੋਹਿਲਾ ਸਿਵਰਿਓ ਸਿਰਜਨਹਾਰੋ ਤੁਮ ਗਾਵੋ। ਮੇਰੇ ਨਿਰਭਉ ਕਾਲਾ ਹੋਂ ਵਾਰੀ ਜੇ ਸੋਹਿਲਾ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜਿਹੜੇ ਸੰਭਾਲਨ ਦੇਖੇਗਾ ਦੇਵਨਹਾਰ ਤੇਰੇ ਦਾਨੈ। ਕੀਮਤ ਨਾ ਪਵੈ ਤਿਸ ਦਾਤੇ ਕਵਨ ਸਮਾਰ। ਸੰਮਸਾ ਲਿਖਿਆ ਅੰਮ੍ਰਿਤ ਕਿਰਪਾਵੋ ਤੇਲ। ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੈ ਸਾਹਿਬ ਸੋ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸਦਨ ਹਾਰਾ ਸਿਮਰਿਐ ਨਾਨਕ ਸੇ ਦੇਹ ਆਵਨ। ਰਾਗਾਸਾ ਮਹਿਲਾ ਪਹਿਲਾ। ਛੇ ਕਾਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ। ਇਸ ਵਿੱਚ ਅਸਿਆਂ ਘੜੀਆਂ ਪੈਰਾਂ ਤਤੀ ਵਾਰੀ ਮਹਾ ਹੋਆ। ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾ ਸ੍ਰੀ ਮਹਿਲਾ ਪਹਿਲਾ। ਗਗਨ ਮੈਂ ਥਾਲ ਲਵਚਨ ਦੀਪਕ ਬਨੇ। ਤਾਰਕਾ ਮੰਡਲ ਜਨਕ ਮੋਤੀ ਤੋ ਬਨੇ ਆਲੋ ਪਵਨ ਚਬਰੋ। ਕਰੇ ਸਗਲ ਬੰਡਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਉਖੰਡ ਨਾ ਤੇਰੀ ਆਰਤੀ। ਅਨੰਤਾ ਸ਼ਬਦ ਬਾਜਨ ਪਹਿਰੀ ਰਹਾਉ। ਸਹਿਸ ਤਬ ਨੈਨ ਨੈਨ ਹੈ ਤੋਇ ਕੋ। ਸਹਿਸ ਮੂਰਤ ਨਾਨਕ ਤੋਹੀ। ਸਹਿਸ ਪਦ ਵਿਮਨਨ ਏਕ ਪਦ ਗਨ ਵਿਨ। ਸਹਿਸ ਤਬ ਗਨ ਦਿਵ ਚਲਤ ਮੋਹੀ। ਸਭ ਮੈਂ ਜੋ ਜੋਤ ਹੈ ਸੋਇ ਤਿਸ ਦੈ ਚਾਨਣ। ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਪਾਵੈ ਸੋ ਆਰਤੀ ਹੋਏ। ਅਰਚਨ ਕਰਮ ਮਕਰਨ ਲੋਚ ਮਨਨ ਦਿਨੋ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ। ਜਾਤੇ ਤੇਰੇ ਨਾਏ ਵਾਸਾ। ਰਾਗ ਗੋੜੀ ਪੂਰੀ ਮਹਿਲਾ ਚੌਥਾ। ਕਾਮ ਕ੍ਰੋਧ ਨਗਰ ਭਉ ਭਰਿਆ ਮਨ ਮੰਡਾਹੇ। ਪੁਰਬ ਲਿਖਾ ਲਿਖੇ ਗੁਰ ਪਾਇਆ। ਮਨ ਹਾਲੇ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪਨ ਵੱਡਾਹੇ। ਕਰ ਡੰਡੋਤ ਪਨ ਵੱਡਾਏ ਰਹਾਉ। ਸਾਕਤ ਹਰ ਸਾਧ ਨ ਜਾਣਿਆ ਤਿਨ ਅੰਤਰ ਹੂੰ। ਜੋ ਜੋ ਚਲੈ ਚੁਬੈ ਦੁਖ ਪਾਵੈ। ਜਮ ਕਾਲ ਸਹਿ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ। ਦੁਖ ਜਨਮ ਮਰਨ ਭਉ ਖੰਡਾਹੇ। ਅਬਨਾਸੀ ਪ੍ਰਗ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾਹੇ। ਗਰੀਬ ਮਸਕੀਨ ਪ੍ਰਭ ਤੇਰੇ। ਹਰ ਰਾਖ ਰਾਖ ਬੜ ਵੱਡਾਹੇ। ਜਨ ਨਾਨਕ ਨਾਮ ਉਧਾਰ ਟੇਕੈ। ਹਰ ਨਾਮੇ ਹੀ ਸੁਖ ਮੰਡਾਹੇ। ਕਰੋ ਬਿਨੰਤੀ ਸੁਨੋ ਨਿਮਿਤਾ ਕੀ ਵੇਲਾ। ਇਹਾਂ ਖਾੜ ਚਲੋ ਹਰ ਲਾਹਾ। ਅੱਗੇ ਵਸਨ ਸਵੇਲਾ ਉਦ ਘਟੈ ਦਿਨ ਸਰੈ ਨਾਰੇ। ਮਨ ਗੁਰ ਮਿਲਕਾ ਸਵਾਰੇ ਰਹਾਉ। ਇਹ ਸੰਸਾਰ ਵਿਕਾਰ ਸੰਸੇ ਮੈਂ ਧਰਿਓ। ਬ੍ਰਹਮ ਗਿਆਨੀ ਸਜ ਗਾਏ ਪਿਆਵੈ ਇਹ ਰਸ। ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਇ ਵਿਹਾਜੂ। ਹਰ ਗੁਰ ਤੇ ਮਨੈ ਵਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ। ਬਹੁਰ ਨਾ ਹੋਏ ਗੋ ਫੇਰਾ। ਜਾਮੀ ਪੁਰਖ ਸ਼ਰਧਾ ਮਨ ਕੀ ਪੂਰੇ। ਨਾਨਕ ਮੋਗੋ ਕਰ ਸੰਤਨ ਕੀ ਤੂਰੇ। ਅੰਤਰ ਜਾਮੀ ਪੁਰਖ ਸ਼ਰਧਾ ਮਨ ਕੀ ਪੂਰੇ। ਨਾਨਕ ਮੋਗੋ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕੀ ਫਤਿਹ।